ਪਿੱਛੇ ਤੁਸੀਂ ਅੱਗ ਜਿਹੜੀ ਆ ਬਲੀ ਹੋਈ ਦੇਖ ਸਕਦੇ ਹੋ ਤੇ ਜ਼ਾਹਿਰ ਜੀ ਗੱਲ ਆ ਕਿ ਲੋਹੜੀ ਵਾਈਬਸ ਆ ਤੇ ਜਦ ਗੱਲ ਲੋਹੜੀ ਦੀ ਆਉਂਦੀ ਹੈ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਦਾ ਬਹੁਤ ਹੀ ਜ਼ਿਆਦਾ ਪਪੂਲਰ ਤੇ ਸਭ ਦਾ ਫੇਵਰਿਟ ਫੈਸਟੀਵਲ ਲੋਹੜੀ ਮਨਾਇਆ ਜਾਂਦਾ ਹੈ ਤੇ ਨਾਲ ਹੀ ਜੇ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਕਿਸਾਨੀ ਮੁੱਦਿਆਂ ਦੀ ਗੱਲ ਹੁੰਦੀ ਹੈ, ਕਿਸਾਨੀ ਬਿੱਲਾਂ ਦੀ ਗੱਲ ਹੁੰਦੀ ਹੈ ਤੇ ਉਸ ਤੋਂ ਵੀ ਜ਼ਿਆਦਾ ਜਿਹੜੀ ਵੱਡੀ ਗੱਲ ਆ ਆਲਮੋਸਟ 1.5 ਮਹੀਨੇ ਤੋਂ ਉੱਪਰ ਹੋ ਗਿਆ ਸਾਡਾ ਅੰਨਦਾਤਾ ਸੜਕਾਂ ਤੇ ਬੈਠਾ ਹੈ, ਦਿੱਲੀ ਵਿੱਚ ਬੈਠੇ ਨੇ। ਹਮੇਸ਼ਾ ਜ਼ਿਹਨ ਦੇ ਵਿੱਚ ਉਹੀ ਗੱਲ ਆਉਂਦੀ ਹੈ ਤੇ ਜਦ ਲੋਹੜੀ ਦੀ ਗੱਲ ਆਈ ਤਾਂ ਇਸ ਦੇ ਵਿੱਚ ਪੰਜਾਬੀ ਪਿੱਛੇ ਨਹੀਂ ਰਹੇ। ਉਹਨਾਂ ਨੇ ਸਿਰਫ ਕਿਸਾਨਾਂ ਨੂੰ ਸਪੋਰਟ ਕਰਨ ਲਈ ਅੱਜ ਲੋਹੜੀ ਮਨਾਈ ਆ। ਮੁੱਦਾ ਅਜੇ ਆ ਕਿ ਤੁਸੀਂ ਸਭ ਜਾਣਦੇ ਹੋ ਕਿ ਸੁਪਰੀਮ ਕੋਰਟ ਨੇ ਬਿੱਲਾਂ ਤੇ ਰੋਕ ਲਾਈ ਆ ਪਰ ਹਲੇ ਤੱਕ ਬਿੱਲ ਰੱਦ ਨਹੀਂ ਹੋਏ। ਇਹ ਸਾਰਾ ਜੋ ਵੀ ਆ ਕਿਸਾਨਾਂ ਨੂੰ ਜਿਹੜੀ ਵੀ ਲੋਕਾਂ ਵੱਲੋਂ ਸਪੋਰਟ ਕੀਤਾ ਜਾ ਰਿਹਾ ਉਹਦੇ ਵਿੱਚੋਂ ਮੇਰੇ ਨਾਲ ਇੱਕ ਸੋਸ਼ਲ ਵਰਕਰ ਨੇ, ਇੱਕ ਕਿਸਾਨ ਫੈਮਿਲੀ ਤੋਂ ਨੇ ਤੇ ਇੱਕ ਯੂਥ ਨੇ। ਇੱਕ ਵਾਰ ਇਹਨਾਂ ਦੀ ਜਿਹੜੀ ਰਾਏ ਆ ਮੈਂ ਜ਼ਰੂਰ ਜਾਣਨਾ ਚਾਹੂੰਗੀ, ਇੱਕ ਵਾਰ ਇਹਨਾਂ ਨਾਲ ਜ਼ਰੂਰ ਜਿਹੜੀ ਆ ਮੈਂ ਗੱਲਬਾਤ ਕਰਨਾ ਚਾਹੂੰਗੀ। ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਧੰਨਵਾਦ ਕਿ ਜਿੱਥੇ ਲੋਹੜੀ ਪੰਜਾਬੀ ਬਹੁਤ ਜ਼ਿਆਦਾ ਜੋਸ਼ ਨਾਲ ਮਨਾਉਂਦੇ ਸੀਗੇ ਬਟ ਅੱਜ ਤੁਸੀਂ ਕਿਸਾਨਾਂ ਨੂੰ ਸਪੋਰਟ ਕਰਦੇ ਹੋਏ ਜਿਹੜਾ ਆ ਲੋਹੜੀ ਦਾ ਫੈਸਟੀਵਲ ਮਨਾ ਰਹੇ ਹੋ। ਮੈਂ ਇੱਕ ਵਾਰ ਜ਼ਰੂਰ ਜਾਣਨਾ ਚਾਹਾਂਗੀ ਕਿ ਕਹੋਗੇ ਨਾ ਬਿਲਸ ਬਾਰੇ ਜੋ ਕੁਝ ਵੀ ਵਾਪਰ ਰਿਹਾ ਤੇ ਲੋਹੜੀ ਇਜ਼ ਅ ਫੈਸਟੀਵਲ ਜਿਹੜੇ ਪੰਜਾਬੀ ਜਿਹੜੇ ਕਿਸਾਨ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਮਨਾਉਂਦੇ। ਹੈਪੀ ਲੋਹੜੀ ਜੀ ਪਹਿਲਾਂ ਤਾਂ ਸਾਰਿਆਂ ਨੂੰ। ਜੋ ਵੀ ਅੱਜ ਕੱਲ੍ਹ ਇਹ ਚੱਲ ਰਿਹਾ ਹੈ ਅਸੀਂ ਈਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਾਂ ਜੀ ਕਿ ਜਲਦੀ ਰਿਜ਼ੋਲਵ ਹੋਏ। ਐਜ਼ ਅ ਪਾਰਟ ਆਫ ਆਰ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ CSR ਅਸੀਂ ਆਪਣੇ ਕਿਸਾਨ ਭਰਾਵਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਜੋ ਉੱਥੇ ਐਜੀਟੇਸ਼ਨ ਕਰ ਰਹੇ ਨੇ ਇੰਨੀ ਠੰਡ 'ਚ। ਉਹਨਾਂ ਲਈ ਅਸੀਂ ਥੋੜ੍ਹਾ ਬਹੁਤ ਜੋ ਆਪਣੇ ਵੱਲੋਂ ਹੋ ਸਕਦਾ ਸੀਗਾ, ਜ਼ਿਆਦਾ ਤਾਂ ਨਹੀਂ ਬਟ ਅਸੀਂ ਆਪਣੀ ਤਰਫ ਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਅਤੇ ਅਸੀਂ ਅਰਦਾਸ ਕਰਦੇ ਹਾਂ ਜੀ ਕਿ ਜਲਦੀ ਰਿਜ਼ੋਲਵ ਹੋਏ ਜਿੰਨਾ। ਅਤੇ ਹੁਣ ਤਾਂ ਮਾਮਲਾ ਜਿਵੇਂ ਕੋਰਟ 'ਚ ਹੈਗਾ ਜੀ ਅਤੇ ਅਸੀਂ ਹੋਪ ਕਰਦੇ ਹਾਂ ਕਿ ਸਾਰਿਆਂ ਵਾਸਤੇ, ਸਰਕਾਰ ਵਾਸਤੇ ਵੀ ਅਤੇ ਕਿਸਾਨਾਂ ਵਾਸਤੇ ਵੀ ਇਹ ਪੋਜ਼ੀਟਿਵ ਉਸ ਨਾਲ ਸੈਟਲ ਹੋਏ ਜੀ। ਜੀ ਅੰਕਲ, ਇਹਨਾਂ ਨੇ ਜਿਵੇਂ ਕਿਹਾ ਕਿ ਹੁਣ ਮਾਮਲਾ ਕੋਰਟ ਦੇ ਵਿੱਚ ਆ, ਤੁਸੀਂ ਇੱਕ ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦੇ ਹੋ, ਤੁਸੀਂ ਉੱਥੇ ਰਹਿ ਕੇ ਆ ਚੁੱਕੇ ਹੋ, ਕੀ ਕੁਝ ਦੇਖਿਆ? ਸਰਕਾਰ ਆਪ ਦੀ ਚੁਣੀ ਹੋਈ ਆ, ਕੀ ਲੱਗਿਆ ਦੇਖ ਕੇ ਜੋ ਵੀ ਉੱਥੇ ਹਾਲ ਆ? ਸਰਕਾਰਾਂ ਨੇ ਜੀ ਬਹੁਤ ਵਧੀਆ ਚੁਣੀਆਂ ਮਿਲਦੀਆਂ, ਜਿਹੜੀਆਂ ਚੁਣੀਆਂ ਤੀਆਂ ਉਹੀ ਸਰਕਾਰਾਂ ਹੀ ਮਾਰ ਗਈਆਂ। ਹੁਣ ਤਾਂ ਸਾਨੂੰ 2 ਮਹੀਨੇ ਹੋ ਗਏ ਦਿੱਲੀ ਬੈਠਿਆਂ ਨੂੰ। ਹਾਂਜੀ, ਟਰੈਕਟਰ ਟਰਾਲੀਆਂ ਉੱਥੇ ਖੜੀਆਂ ਵੀ ਅੱਗਾ ਦੇਖੋ ਜਿਹੜੇ 3 ਕਾਨੂੰਨ ਆ ਉਹ ਵਾਪਸ ਲੈਂਦੇ ਨਹੀਂ ਲੈਂਦੇ। ਹੁਣ ਕੋਰਟ ਨੇ ਨਾ ਉਹ ਕਾਨੂੰਨ ਜਿਹੜੇ ਆ ਰੋਕ ਦਿੱਤੇ ਆ, ਸੋ ਕੀ ਲੱਗਦਾ ਸਿਰਫ ਕਿਸਾਨਾਂ ਨੂੰ ਇਸ ਲਈ ਕਿਉਂਕਿ 26 ਜਨਵਰੀ ਵੀ ਬਹੁਤ ਨੇੜੇ ਆ ਸਿਰਫ ਥੋੜੀ ਦੇਰ ਲਈ ਉਸ ਗੱਲ ਨੂੰ ਇਗਨੋਰ ਕਰਨ ਵਾਸਤੇ ਕੀਤਾ? ਇਹ ਤਾਂ ਅੱਗੇ ਦੇ ਅੱਗੇ ਲਾਰੇ ਲਾਈ ਜਾਂਦੇ ਜੀ। ਤੁਸੀਂ ਜਾਣਦੇ ਹੋ ਇਹ ਚੀਜ਼ ਕਿ ਲਾ ਰਹੇ ਆ ਕਿ ਤੁਹਾਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਸੱਚੀ ਹੱਕ 'ਚ ਹੈ? ਸੱਚੀ ਤਾਂ ਲੱਗਦੀ ਨਹੀਂ ਜੀ ਹੈਗੀ ਵੀ ਸੱਚੀ ਆ। ਤੁਸੀਂ ਉੱਥੇ ਜਾ ਕੇ ਰਹਿ ਚੁੱਕੇ ਹੋ। ਵਕੀਲ ਵੀ ਉਹਨਾਂ ਦੇ ਆ, ਜੱਜ ਵੀ ਉਹਨਾਂ ਦੇ ਆ, ਮੋਦੀ ਜੀ ਦੇ। ਬਹੁਤ ਵੱਡੀ ਸਟੇਟਮੈਂਟ ਤੁਸੀਂ ਦੇਖਿਆ ਕਿ ਭਾਵੇਂ ਉਹ ਜਿਹੜੇ ਬਿੱਲ ਆ ਹੁਣ ਸੁਪਰੀਮ ਕੋਰਟ ਦੇ ਹੱਥ ਵਿੱਚ ਆ ਤੇ ਵਕੀਲ ਵੀ ਉਹਨਾਂ ਦੇ ਆ, ਜੱਜ ਵੀ ਉਹਨਾਂ ਦੇ ਆ। ਤੁਸੀਂ ਉੱਥੇ ਜਾ ਕੇ ਰਹਿ ਚੁੱਕੇ ਹੋ, ਕੀ ਹਾਲ ਹੈ ਉੱਧਰ ਦਾ? ਜਦ ਆਪਣੀ ਟੀਮ ਸਾਨੂੰ ਦੱਸਦੀ ਆ ਉਹ ਕਹਿੰਦੇ ਕਿ ਉੱਥੇ ਇੱਕ ਮਿਨੀ ਪੰਜਾਬ ਵਸ ਚੁੱਕਿਆ ਹੈ। ਹਾਲ ਤਾਂ ਵਧੀਆ ਹੈ ਜੀ, ਬਹੁਤ ਵਧੀਆ, ਬੈਠੇ ਆਰਾਮ ਤੇ। ਐਦਾਂ ਨਹੀਂ ਲੱਗਦਾ ਬੈਠਾ ਉੱਥੇ ਬੈਠੇ ਆ, ਸਾਲ ਲੱਗ ਜਾਣਾ, 2 ਸਾਲ ਲੱਗ ਜਾਣਾ, ਨੀਚੇ ਤੇ ਬੈਠੇ ਆ। ਸਾਲ 2 ਸਾਲ ਤੱਕ ਇੰਨੀ ਕੀ ਹਿੰਮਤ ਹੈਗੀ ਅੰਕਲ? ਬਜ਼ੁਰਗ ਹੋ ਤੇ ਲੱਗਦਾ ਨਹੀਂ ਕਿ ਹੁਣ ਘਰ ਨੂੰ ਵਾਪਸ ਆ ਜਾਣਾ ਚਾਹੀਦਾ, ਸ਼ਾਇਦ ਛੱਡ ਦੇਣਾ ਚਾਹੀਦਾ ਜੋ ਸਰਕਾਰ ਕਰੀ, ਕਿਉਂਕਿ ਸਰਕਾਰ ਨਹੀਂ ਸੁਰ ਸਕਦੀ। ਪਹਿਲਾਂ ਵੀ ਮਿੱਟੀ 'ਚ ਰਹੇ ਆ, ਹੁਣ ਵੀ ਮਿੱਟੀ 'ਚ ਜਾਣਾ ਤਾਂ। ਹਾਂਜੀ ਜੀ, ਮਤਲਬ ਇਹ ਆ ਕਿ ਬਿੱਲ ਜਿਹੜੇ ਆ ਰੋਕਣੇ ਨਹੀਂ, ਰੱਦ ਕਰਾ ਕੇ ਆ ਗਏ। ਹਾਂ, ਰੱਦੇ ਦਾ ਕਰਾਉਣੇ ਜੀ, ਜੇ ਰੱਦ ਹੋਣਗੇ ਤਾਂ ਹੀ ਆਉਂਗੇ। ਕਿੰਨੇ ਕੀ ਸਦੱਸਿਆ ਹੈ ਪਰਿਵਾਰ ਦੇ ਵਿੱਚ? ਕਿੰਨੇ ਕੀ ਉੱਥੇ ਇੱਥੇ ਆ, ਕਿੰਨੇ ਕੀ ਉੱਥੇ ਮੌਜੂਦ ਆ? ਅੱਧੇ ਕਉਰੇ, ਅੱਧੇ ਉੱਥੇ ਆ। ਤੇ ਸ਼ਿਫਟਾਂ ਲੱਗਦੀਆਂ? ਹਾਂਜੀ, ਅੱਧੇ ਦੀ ਸ਼ਿਫਟਾਂ ਇੱਥੇ ਤੇ ਅੱਧੇ ਜੋ ਇੱਥੇ ਲਾ ਕੇ ਫਿਰ ਉੱਥੇ। ਅੱਧੇ ਚਲੇ ਜਾਂਦੇ, ਅੱਧੇ ਆ ਜਾਂਦੇ ਆ। ਮੈਂ ਇਹ ਪ੍ਰੋਗਰਾਮ ਜੀ। ਜੀ, ਜਿਵੇਂ ਕਿ ਤੁਸੀਂ ਦੇਖਿਆ ਕਿ ਮਿੱਟੀ 'ਚ ਰਹਿੰਦੇ ਆ ਤੇ ਉੱਥੇ ਵੀ ਮਿੱਟੀ 'ਚ ਆ ਤੇ ਸ਼ਿਫਟਾਂ ਇੱਕ ਹਿਸਾਬ ਨਾਲ ਇਹਨਾਂ ਦੇ ਲੱਗ ਰਹੀਆਂ। ਇੱਕ ਵਾਰ ਭਵਨੀਤ ਜੀ ਚਾਹਾਂਗੀ ਤੁਸੀਂ ਇੱਕ ਵਾਰ ਜ਼ਰੂਰ ਅੱਗੇ ਆਓ ਕੈਮਰਾ ਦੇ ਸਾਹਮਣੇ। ਤੁਸੀਂ ਇੱਕ ਸੋਸ਼ਲ ਵਰਕਰ ਹੋ ਤੇ ਇਸ ਤਰ੍ਹਾਂ ਦਾ ਸਪੋਰਟ ਕਰ ਰਹੇ ਹੋ ਤੇ ਆ ਵੀ ਦੱਸਣਾ ਚਾਹੂੰਗੀ ਜ਼ਰੂਰ ਕਿ ਤੁਸੀਂ ਉੱਥੇ ਰਹਿ ਕੇ ਆ ਚੁੱਕੇ ਹੋ। ਸੋ ਉਹ ਇੱਕ ਕਿਸਾਨ ਪਰਿਵਾਰ ਤੋਂ ਆਉਂਦੇ ਨੇ, ਉਹਨਾਂ ਦੇ ਅਕੋਰਡਿੰਗ ਉਹ ਖੁਸ਼ ਨੇ, ਜਿਵੇਂ ਇੱਥੇ ਰਹਿੰਦੇ ਆ ਉਵੇਂ ਉੱਥੇ ਰਹਿੰਦੇ ਆ। ਮਤਲਬ ਹਾਲੇ ਵੀ ਇਸ ਉਮਰ ਦੇ ਵਿੱਚ ਵੀ ਜਦ ਉਹਨਾਂ ਨੂੰ ਆਪਣੇ ਘਰਾਂ ਦੇ ਅੰਦਰ ਬਹਿ ਕੇ ਲੋਹੜੀ ਮਨਾਉਣੀ ਚਾਹੀਦੀ ਆ, ਉਹ ਸੜਕਾਂ 'ਤੇ ਲੋਹੜੀ ਮਨਾ ਰਹੇ ਆ। जैसे हम सबको पता हर साल लोहड़ी ये लोग अपने घर पे मनाते हैं, वहाँ पे सड़कों पे है। एंड आपने बड़ी अच्छी बात बोली कि वहाँ पे एक छोटा सा मिनी पंजाब बस चुका है और काफ़ी हर उम्र के लोग वहाँ पे हैं। वहाँ पे लेडीज़ भी हैं, वहाँ पे यंग गर्ल्स भी है, वहाँ पे ओल्ड एज लोग भी हैं। और लोहड़ी सिर्फ पंजाब से ही नहीं, लड़कियों से भी कोरिलेट की जाती है। सो इस लोहड़ी को सेलिब्रेट करने के लिए और वुमेंस की प्रोटेक्शन के लिए हम लोग उनकी जो एडिक्वेट नीड्स से रिलेटेड चीज़ें थी, जैसे सैनिटरी पैड्स हैं,
जैसे मेडिसिन हैं, उनसे रिलेटेड मेडिसिन है, वो सारी चीज़ें हम लेके जा रहे हैं। एंड रिवरडेल ने बहुत अच्छा इनिशिएटिव लिया। सर्दी बढ़ चुकी है और कंबल और स्वेटर्स की ज़रूरत है। ये कंबल लेके हम जब उधर लेके जाएंगे और लोहड़ी उनके साथ सेलिब्रेट करेंगे तो उनको भी लगेगा कि देश उनके साथ खड़ा है। किसी भी इंसान को जो इस टाइम पे अपने राइट्स के लिए लड़ रहा है, उसको ये नहीं लगना चाहिए कि बाकी देश जो घर पे बैठा है वो उसके साथ नहीं है। एंड इट इज़ अ वेरी फेयर फाइट। वो अपने राइट्स के लिए लड़ रहे हैं, वो उनसे रिलेटेड बिल है। दे हैव द राइट टू स्टैंड अगेंस्ट द गवर्नमेंट एंड से कि हमें ये बिल्स नहीं चाहिए। एंड इट इज़ बिटवीन द गवर्नमेंट एंड द फार्मर्स। इसको पॉलिटिकली ना लेते हुए हम ह्यूमैनिटी, फॉर द सेक ऑफ ह्यूमैनिटी हम लोग वहाँ पे जा रहे हैं। जद गल ह्यूमैनिटी दी हुंदी है ना, जद गल बिल्स दी हुंदी है, सो फाइनली लेटर डिसीजन ये आया कि सुप्रीम कोर्ट ने अपने हाथ विच ले लिया। की लगता है एज अ यंगस्टर पूछना चाहांगे, क्योंकि आजकल यंगस्टर दे कोल सोशल मीडिया, हर किसी दे कोल सोशल मीडिया, बट वी यूज इट इन अ बेटर वे, यू नो दैट। सो की कहना चाहोगे इस चीज़ से कि जो भी लेटेस्ट अपडेट है, की लगता है जे थोड़े पॉइंट ऑफ व्यू तो पूछा? देखिए, ये बड़ी होपफुल चीज़ है। ये फाइट काफ़ी लंबी स्ट्रेच आउट हो चुकी है। एंड टू बी वेरी ऑनेस्ट, इट हैज़ बीन अ पॉइंट ऑफ टॉक इंटरनेशनली। एंड इंडिया का कहीं ना कहीं एक जो फेस है, जो एक इमेज है, वो हार्म हो रही है। ये चीज़ जितनी जल्दी सॉर्ट आउट होगी उतना जल्दी हमारे एज ए कंट्री बहुत अच्छा है, फार्मर्स के लिए अच्छा है और एज ए सिविल सोसाइटी हमारे लिए बहुत अच्छा है। मैं ਕਿਤੇ ਸੁਣਿਆ ਸੀਗਾ ਕਿ ਜਿਨ੍ਹਾਂ ਦਾ ਵੀ ਢਿੱਡ ਲੱਗਿਆ ਹੋਇਆ ਨਾ, ਉਹਨਾਂ ਨੂੰ ਇਸ ਬਿੱਲ ਨੂੰ ਸਪੋਰਟ ਕਰਨਾ ਚਾਹੀਦਾ ਹੈ, ਇਨ ਸ਼ਾਰਟ। ਸੋ ਆਈ ਐਮ ਸ਼ੋਰ ਤੁਸੀਂ ਇੱਕ ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦੇ ਹੋ, ਤੁਸੀਂ ਉੱਥੇ ਜਾ ਕੇ ਆ ਚੁੱਕੇ ਹੋ। ਕੀ ਲੱਗਿਆ, ਕਿਉਂਕਿ ਕੋਈ ਵੀ ਇਨਸਾਨ ਉੱਥੇ ਜਾਂਦਾ ਹੈ ਨਾ, ਕੋਈ ਬਿਜ਼ਨਸ ਕਲਾਸ ਹੋਵੇ, ਕੋਈ ਕਿਹੋ ਜਿਹਾ ਮਰਜ਼ੀ ਕਿਸੇ ਵਰਗ ਦਾ ਇਨਸਾਨ ਹੋਵੇ, ਉਹ ਇੱਕ ਅਲੱਗ ਪਰਸੈਪਸ਼ਨ ਲੈ ਕੇ ਆਉਂਦਾ ਹੈ। ਸੋ ਜੇ ਤੁਹਾਡਾ ਪਰਸੈਪਸ਼ਨ ਪੁੱਛਾਂ ਉਸ ਮਿਨੀ ਪੰਜਾਬ ਵਿੱਚ ਜਾ ਕੇ, ਕੀ ਲੱਗਿਆ, ਕੀ ਮਹਿਸੂਸ ਕੀਤਾ? ਮੈਮ ਅਸੀਂ ਇਹੀ ਮਹਿਸੂਸ ਕੀਤਾ ਕਿ ਇਹ ਜਿਹੜੀ ਚੀਜ਼ ਹੈਗੀ ਹੈ ਟੀਵੀ ਤੇ ਜਾਂ ਮੀਡੀਆ ਤੇ ਤਾਂ ਬਹੁਤ ਕੁਝ देयर इज़ अ लॉट ऑफ थिंग विच इज़ बीइंग सेड एंड विच इज़ बीइंग ट्राइड टू प्रूव, ਲੇਕਿਨ ਅਸੀਂ ਉੱਥੇ ਬੜੀ ਪੋਜ਼ਿਟਿਵਿਟੀ ਦੇਖੀ। ਐਂਡ ਜੋ ਵੀ ਚੀਜ਼ ਮੀਡੀਆ ਤੇ ਚੱਲ ਰਹੀ ਹੈ ਉਹ ਸਭ ਉਹਨੂੰ ਇਹੀ ਲੈ ਰਹੇ ਹੈ ਕਿ ਬਈ ਦੇਖੋ ਅਸੀਂ ਇੱਕ ਪੋਜ਼ਿਟਿਵ ਚੀਜ਼ ਲਈ ਖੜੇ ਹੈਗੇ ਹਾਂ ਤੇ ਸਾਰੇ ਲੋਕ ਉਸ ਲਈ ਬੜਾ ਪੋਜ਼ਿਟਿਵ ਹੈ ਤੇ ਉੱਥੇ ਸਭ ਰਲ ਮਿਲ ਕਰਕੇ ਲੈ ਰਹੇ ਹੈ। ਜੋ ਕੋਈ ਐਂਟੀ ਵੀ ਹੈ ਉਹ ਵੀ ਉਹਨੂੰ ਕਹਿ ਰਹੇ ਹੈ ਵੀ ਧੰਨਵਾਦ, ਜੋ ਕਹਿ ਰਹੇ ਹੈ ਪੋਜ਼ਿਟਿਵ ਉਹਨੂੰ ਵੀ ਕਹਿ ਰਹੇ ਧੰਨਵਾਦ। ਉਹ ਆਪਣੀ ਚੀਜ਼ ਤੇ ਅਡਿੱਗ ਹੈ ਕਿ ਬਈ ਅਸੀਂ ਇਹ ਚੀਜ਼ ਕਰਨੀ ਹੈ ਤੇ ਇਹਦੇ ਲਈ ਅਸੀਂ ਕੁਝ ਨੈਗੇਟਿਵ ਨਹੀਂ ਕਰਨਾ। ਅਸੀਂ ਚੁੱਪ ਕਰਕੇ ਇੱਥੇ ਬੈਠੇ ਹਾਂ, ਅਸੀਂ ਜਾਣਾ ਤਦ ਹੈ ਜਦ ਇਹ ਚੀਜ਼ ਹੋ ਜਾਏਗੀ, क्योंकि ये चीज़ गलत है उन्होंने दे अकॉर्डिंगली। सबसे अच्छी चीज़ ये है, आप उधर जाओगे ना, हमें आस्क अगर आप गए हो या नहीं गए हो, आप वहाँ पे जाओगे, आप देखोगे ट्रैफिक भी वो खुद मैनेज कर रहे हैं, फ्लो भी उन्होंने खुद बनाया हुआ है, खाना सबको मिल रहा है और उन्होंने एक प्रॉपर रूटीन बना रखा है। अगर किसी को चेकअप भी करना है या कोई चीज़ भी लेनी है तो आप लाइन बनाओ, तो वो प्रॉपरली मैनेज्ड है, हर चीज़ प्रॉपरली मैनेज्ड है। ट्रैफिक जाम हो गया है, 4 बंदे आएंगे, पूरे ट्रैफिक को मैनेज करेंगे, उधर रोड क्लियर कर देंगे, तो किसी का रास्ता नहीं रोका जा रहा। पुलिस वैन आके उधर से क्रॉस बाय करना चाहती है, मोस्ट वेलकम। एम्बुलेंस जा रही है, उसको पूरा रास्ता दिया जा रहा है। सो इट शोज़ कि कितनी एम्पैथी है। देयर इज़ नथिंग अगेंस्ट द इंटरेस्ट ऑफ द नेशन, इट इज़ फॉर द इंटरेस्ट ऑफ द फार्मर्स जिनका यहाँ पे रोज़ी रोटी चल रही है, जिनका पूरा एम्प्लॉयमेंट वहाँ से चल रहा है। ਇੱਕ ਸਵਾਲ ਤੁਹਾਡੇ ਨਾਲ ਗੱਲ ਕਰਦੇ ਹੋਏ ਜ਼ਿਹਨ ਦੇ ਵਿੱਚ ਆਇਆ ਕਿ ਕਿੰਨਾ ਟਾਈਮ ਹੋ ਗਿਆ, ਮਾਰਚ ਵਿੱਚ ਕੋਵਿਡ ਸ਼ੁਰੂ ਹੋਇਆ ਸੀ। ਇੱਕ ਤਾਂ ਉਸਨੇ ਬਹੁਤ ਸਾਰੀ ਮੈਂਟੈਲਿਟੀ ਆਈ ਮਸਟ ਸੇ ਚੇਂਜ ਕੀਤਾ। ਅਸੀਂ ਆਪਣੀ ਕੰਫਰਟ ਜ਼ੋਨ ਤੋਂ ਵਾਪਸ ਆ ਗਏ, ਬਾਹਰ ਚਲੇ ਗਏ, ਕੁਝ ਵੀ ਕਰ ਸਕਦੇ ਹਾਂ ਅਸੀਂ, ਹੈ ਨਾ, ਬਹੁਤ ਜ਼ਿਆਦਾ ਇੰਡੀਪੈਂਡੈਂਟ ਹੋ ਗਿਆ ਮਸਟ ਸੇ। ਅਤੇ ਉਸ ਤੋਂ ਬਾਅਦ ਇੱਕਦਮ ਇੱਕ ਕਿਸਾਨਾਂ ਨਾਲ ਜੋ ਵੀ ਹੋ ਰਿਹਾ, ਬਿਕਾਜ਼ ਆਪਣੇ ਬਜ਼ੁਰਗਾਂ ਨੂੰ ਕੋਈ ਨਹੀਂ ਚਾਹੁੰਦਾ ਰੋਡ 'ਤੇ ਦੇਖਣਾ। ਸੋ ਕੀ ਲੱਗਦਾ ਹੈ ਕਿੱਥੇ ਦੇਸ਼ ਲੈਕ ਕਰ ਰਿਹਾ ਹੈ? ਐਜ਼ ਅ ਯੂਥ ਪੁੱਛਾਂ ਕੀ ਚੇਂजेस करना चाहो? चेंजेस तो यही होगा कि अगर हम लोग एज अ सोसाइटी सबको साथ लेके चलें, और टू बी वेरी ऑनेस्ट, जब हम बिल की बात कर रहे हैं, अगर ये फार्मर्स से रिलेटेड बिल है तो फार्मर्स से पहले सलाह मशवरा होना चाहिए था, कि उनके लीडर्स के साथ सलाह मशवरा होना चाहिए था और उसके अकॉर्डिंगली इस बिल को डेवलप करना चाहिए था। एंड एज अ सोसाइटी हमारे लिए ये लर्निंग है कि आगे को कोई भी बिल आएगा तो हम अपने हक के लिए आवाज़ उठा सकते हैं। एंड इट इज़ अ रेवोल्यूशन, इट इज़ अ रेवोल्यूशन फॉर आवर जनरेशन। इट गिव्स अस होप कि कल को अगर कोई गलत होगा तो गवर्नमेंट या कोई भी इंसान, कोई भी बॉडी जो मोनोपोली क्रिएट कर चुकी है, वो उसके अगेंस्ट खड़ा हुआ जा सकता है और अपनी बात रखी जा सकती है और लोग सुनेंगे। सो इट इज़ अ सेंस ऑफ फेथ फॉर अस, टू बी वेरी ऑनेस्ट। ਯੂਥ ਉੱਥੇ ਕਾਫੀ ਜੁੜਿਆ ਹੋਇਆ ਹੈ, ਜਿਸ ਤਰ੍ਹਾਂ ਵਿਵੇਕ ਨੇ ਕਿਹਾ, ਯੂਥ ਉੱਥੇ ਕਾਫੀ ਜੁੜਿਆ ਹੋਇਆ ਹੈ ਐਂਡ ਕੰਪਲੀਟ and to be very honest, you'll be amazed to know that there has been a lot of deaths over there as well, जो मेन स्ट्रीम मीडिया नहीं हाईलाइट कर रही है। 100 तो ज़्यादा हो 100 से ज़्यादा हो चुकी है। आई डोंट नो द एग्जैक्ट फिगर्स, बट ये दृढ़ता दिखाती है,
वहाँ पे लाखों लोग खड़े हैं और फिर भी वो खड़े हैं कि कल को क्या होगा उन्हें नहीं पता, बट वो खड़े हैं सिर्फ एक होप में कि उनकी बात सुनी जाएगी, और वो सुनी जानी चाहिए, और पूरे देश को उनका साथ देना चाहिए। ਜ਼ਿਆਦਾ ਕੁਛ ਨਹੀਂ, ਬਸ ਇਹ ਕਹੂੰਗੀ ਕਿ ਤੁਸੀਂ ਸਪੋਰਟ ਕਰ ਰਹੇ ਹੋ, ਸੋ ਕਿਹੋ ਜਿਹਾ ਲੱਗਦਾ ਹੈ ਜਾਂ ਰੈਵੋਲੂਸ਼ਨ ਦਾ ਹਿੱਸਾ ਬਣ ਕੇ, ਬਿਕਾਜ਼ ਵੀ ਆਰ ਆਫ ਦ ਸੇਮ ਜਨਰੇਸ਼ਨ ਐਂਡ ਅਸੀਂ ਸਿਰਫ ਸੁਣਿਆ ਹੈ ਜਾਂ ਪੜ੍ਹਿਆ ਹੈ ਬੁੱਕਸ ਦੇ ਵਿੱਚ, ਬਟ ਹੁਣ ਹਿੱਸਾ ਬਣ ਕੇ ਹਾਊ ਇਜ਼ ਦ ਫੀਲਿੰਗ? मैम it's an amazing feeling, मतलब आई एम स्टिल ह्यूमन, वी बिलोंग टू आई एम स्टिल ह्यूमन, एंड ਸਾਡਾ ਜਦ ਅਸੀਂ ਇਹ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਸੀ ਵਿਵੇਕ ਨੇ ਐਂਡ ਮੈਂ ਮਿਲ ਕੇ, ਤੇ ਸਾਡਾ ਮਕਸਦ ਕਦੇ ਵੀ ਹਮੇਸ਼ਾ ਰਿਹਾ ਹੈ ਕਿ ਅਸੀਂ ਨਾਨ ਪੋਲੀਟੀਕਲ ਨਾਨ ਰਿਲੀਜੀਅਸ ਚੀਜ਼ਾਂ 'ਚ ਆਰਮੀ ਨਾਲ ਜ਼ਿਆਦਾ ਐਕਟੀਵਿਟੀਜ਼ ਕਰਦੇ ਹਾਂ, ਵੀ ਬਿਲੋਂਗ ਟੂ ਸੱਚ ਫੈਮਿਲੀਜ਼, ਤੇ ਅਸੀਂ ਉਹਦੇ ਵਿੱਚ ਹੀ ਹੈਗੇ ਹਾਂ। ਹੁਣੇ ਵੀ ਇਸ ਚੀਜ਼ 'ਚ ਜਿਹੜਾ ਆਪਣਾ ਐਕਟੀਵਿਟੀ ਹੈਗੀ ਹੈ, ਅਸੀਂ 3-4 ਵਾਰ ਉੱਥੇ ਜਾ ਚੁੱਕੇ ਹਾਂ, ਅੱਗੇ ਵੀ ਜਦ ਤੱਕ ਇਹ ਚੱਲੇਗਾ ਆਪਣੀ ਪੂਰੀ ਸਪੋਰਟ ਹੈਗੀ ਹੈ ਜਿੰਨਾ ਕੁ ਅਸੀਂ ਕਰ ਸਕਦੇ ਹਾਂ। ਤੇ ਐਜ਼ ਅ ਯੂਥ ਪੁਆਇੰਟ ਆਫ ਵਿਊ ਤੋਂ ਦੇਖੀਏ, ਇੱਕ ਜਨਰੇਸ਼ਨ ਪੁਆਇੰਟ ਆਫ ਵਿਊ ਤੋਂ ਦੇਖੀਏ, ਆਈ ਬਿਲੀਵ ਅਸੀਂ ਕੋਵਿਡ ਦੇਖ ਲਿਆ, ਠੀਕ ਹੈ, ਜਿਹੜਾ ਕਿ ਸ਼ਾਇਦ ਦੁਬਾਰਾ ਹੁਣ ਮੈਂ ਕਹਿੰਦਾ ਕਿ ਨਾ ਹੀ ਆਏ ਕਦੇ ਇਹੋ ਜਿਹੀ ਚੀਜ਼, ਤੇ ਅਸੀਂ ਹੁਣ ਇੱਕ ਇਹੋ ਜਿਹਾ ਰੈਵੋਲੂਸ਼ਨ ਵੀ ਦੇਖ ਲਿਆ। ਆਈ ਵਿਲ ਸੇ ਇਟ ਐਜ਼ ਅ ਰੈਵੋਲੂਸ਼ਨ ਇਨ ਅ ਪੋਜ਼ਿਟਿਵ ਵਰਡ, ਬਿਕੋਜ਼ ਇਹਦੇ 'ਚ ਕੁਝ ਨੈਗੇਟਿਵ ਨਹੀਂ ਹੈ, ਆਪਣੇ ਹੱਕ ਲਈ ਲੜਨਾ ਸਹੀ ਹੈ, ਤੇ ਲੜਨ ਦਾ ਤਰੀਕਾ ਸਹੀ ਹੋਣਾ ਵੀ ਸਹੀ ਹੋਣਾ ਚਾਹੀਦਾ, ਜਿਹੜਾ ਕਿ ਹੈਗਾ, ਠੀਕ ਹੈ। ਇੱਕ ਪ੍ਰੋਟੈਸਟ ਜੇ ਦੀ ਕੋਈ ਜੇ ਡੈਫੀਨੇਸ਼ਨ ਹੋ ਸਕਦੀ ਹੈ, ਆਈ ਬਿਲੀਵ ਦਿਸ ਇਜ਼ ਦ ਰਾਈਟ ਡੈਫੀਨੇਸ਼ਨ। ਥੈਂਕ ਯੂ ਸੋ ਮੱਚ, ਬਹੁਤ ਚੰਗਾ ਲੱਗਿਆ, ਤੇ ਤੁਹਾਡੇ ਵਰਗੇ ਯੂਥ ਨੇ ਉੱਥੇ ਜਾ ਕੇ ਦਿਖਾਇਆ ਕਿ ਯੂਥ ਸਿਰਫ ਫੋਨ ਤੇ ਬਹਿਣ ਵਾਲਾ ਜਾਂ ਫਿਰ ਘੁੰਮਣ ਫਿਰਨ ਵਾਲੀ ਨਹੀਂ, ਬਲਕਿ ਇੱਕ ਐਗਜ਼ਾਮਪਲ ਵੀ ਸੈੱਟ ਕਰ ਸਕਦੇ ਆ। ਥੈਂਕ ਯੂ ਸੋ ਮੱਚ ਐਂਡ ਹੈਪੀ ਹੈਪੀ ਲੋਹੜੀ। ਥੈਂਕ ਯੂ ਸੋ ਮੱਚ। ਜਿਵੇਂ ਕਿ ਤੁਸੀਂ ਸੁਣਿਆ ਕਿ ਕਿਸਾਨੀ ਮੁੱਦਿਆਂ ਨੂੰ ਅਸੀਂ ਹਰ ਰੋਜ਼ ਡਿਸਕਸ ਕਰਦੇ ਹਾਂ, ਹਰ ਸਭ ਕੁਝ ਬੋਲਦੇ ਹਾਂ ਇਸ ਬਾਰੇ, ਬਟ ਹਰ ਕੋਈ ਸਿਰਫ ਆਪਣੇ ਤਰ੍ਹਾਂ ਆਪਣੇ ਵਰਗ ਦੇ ਜਿਹੜੇ ਵੀ ਆਪਣੇ ਅਲੱਗ-ਅਲੱਗ ਵਰਗ ਦੇ ਲੋਕੀ ਆ, ਉਹ ਹਰ ਇੱਕ ਤਰੀਕੇ ਨਾਲ ਆਪਣੇ ਆਪਣੇ ਐਂਗਲ ਨਾਲ ਜਿਹੜਾ ਆ ਕਿਸਾਨਾਂ ਨੂੰ ਸਪੋਰਟ ਕਰ ਰਹੇ ਨੇ। ਇੱਕ ਵਾਰ ਕੈਮਰਾਮੈਨ ਨੂੰ ਕਵਾਂਗੀ ਸ਼ਾਰਟਸ ਕਰਕੇ ਜ਼ਰੂਰ ਦਿਖਾਇਆ ਜਾਵੇ, ਜਿੰਨੇ ਵੀ ਲੋਕੀ ਇੱਥੇ ਮੌਜੂਦ ਹੈਗੇ ਨੇ ਉਹ ਸਭ ਕਿਸਾਨਾਂ ਨੂੰ ਸਪੋਰਟ ਕਰ ਰਹੇ ਨੇ। ਉਹ ਜਿਹੜੇ ਵੀ ਲੋਕੀ ਨੇ ਉਹ ਅਨਕੰਡੀਸ਼ਨਲ ਸਪੋਰਟ ਇਹਨਾਂ ਵੱਲੋਂ ਕਿਸਾਨਾਂ ਨੂੰ ਮਿਲ ਰਿਹਾ ਹੈ, ਤੇ ਬਹੁਤ ਸਾਰੇ ਲੋਕੀ ਜਿਹੜੇ ਆ ਦਿੱਲੀ ਜਾ ਕੇ ਵਾਪਸ ਆ ਚੁੱਕੇ ਨੇ। ਸਿਰਫ ਆਹੀ ਕਹਿਣਾ ਚਾਹਾਂਗੇ ਕਿ ਇਹ ਲੋਹੜੀ ਜਿਹੜੀ ਆ ਕਿਸਾਨਾਂ ਲਈ ਲੱਕੀ ਹੋਵੇ, ਤੇ ਹਲੇ ਜਿਹੜਾ ਡਿਸੀਜਨ ਤੁਸੀਂ ਸਭ ਜਾਣਦੇ ਹੋ ਕਿ ਆਇਆ ਹੋਇਆ ਸੁਪਰੀਮ ਕੋਰਟ ਵੱਲੋਂ, ਬਿੱਲ ਹਲੇ ਰੋਕੇ ਗਏ ਨੇ। ਸਿਰਫ ਉਮੀਦ ਕਰਦੇ ਆ ਕਿ ਜੋ ਸਭ ਦੇ ਲਈ ਚੰਗਾ ਹੋਵੇਗਾ ਉਸ ਦਾ ਡਿਸੀਜਨ ਬਹੁਤ ਛੇਤੀ ਆਉਣਾ ਚਾਹੀਦਾ ਹੈ।